ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਵਲ ਸ਼੍ਰੀਮਾਨ ਭਾਈ ਵਿਜੇ ਸਿੰਘ। 6ਵਾਂ ਕਾਂਡ। ਜਦ ਵਿਜੇ ਸਿੰਘ ਘਰੋਂ ਨਿਕਲਿਆ ਸੀ ਤਦ ਉਸਦੀ ਮਾਂ ਛੁਰੀ ਖਾ ਕੇ ਡਿੱਗ ਪਈ ਸੀ। ਘਾਉ ਲੱਗਾ ਤਾਂ ਪੇਟ ਵਿੱਚ ਸੀ, ਪਰ ਉਹ ਕਾਰੀ ਨਹੀਂ ਸੀ। ਚੂੜ ਮੱਲ ਵਹੁਟੀ ਤੇ ਗੁੱਸੇ ਤਾਂ ਬਹੁਤ ਸੀ, ਪਰ ਉਸਦੀ ਅਕਲ ਦੇ ਕਾਰਨ ਉਹ ਇੱਕ ਤਰ੍ਹਾਂ ਉਸਦੇ ਹੇਠ ਵਗਦਾ ਸੀ। ਉਂਝ ਕਈ ਭਪਕਾਂ ਬੜਕਾਂ ਭਾਵੇਂ ਮਾਰ ਲੈਂਦਾ ਸੀ ਤੇ ਉਸਨੂੰ ਗੁੱਸੇ ਵੀ ਹੋ ਲੈਂਦਾ ਸੀ, ਪਰ ਇਹ ਤ੍ਰੀਮਤ ਐਸੀ ਦਾਨੀ ਸੀ ਕਿ ਰਾਜਸੀ ਮਾਮਲਿਆਂ ਵਿੱਚ ਵੀ ਪਤੀ ਨੂੰ ਕਈ ਵੇਰ ਸਿੱਖਿਆ ਦਿੰਦੀ ਹੁੰਦੀ ਸੀ ਅਰ ਇਸ ਦੀ ਵਡਿਆਈ ਬਣਾਉਣ ਦਾ ਕਾਰਨ ਹੁੰਦੀ ਸੀ। ਇਸ ਕਰਕੇ ਘਰ ਵਿੱਚ ਬੜੀ ਲੋੜੀਂਦੀ ਦਾਨੀ ਤ੍ਰੀਮਤ ਸਮਝੀ ਜਾਂਦੀ ਸੀ। ਇਸ ਦੇ ਘਾਇਲ ਹੋਣ ਪਰ ਬੜੇ ਹਕੀਮ ਸੱਦੇ ਗਏ। ਮਹੀਨੇ ਕੁ ਵਿੱਚ ਜ਼ਖਮ ਠੀਕ ਹੋ ਕੇ ਰਾਜੀ ਹੋ ਗਏ, ਪਰ ਪਿਆਰੇ ਪੁੱਤਰ ਦਾ ਵਿਛੋੜਾ ਮਾਂ ਨੂੰ ਇੱਕ ਨਿੱਤ ਦਾ ਸੱਲ ਦੇ ਗਿਆ। ਮਾਨੋ ਇਸ ਦੇ ਦਿਲ ਵਿੱਚ ਸਦਾ ਬਲਣੇ ਵਾਲੀ ਚਿਖਾ ਬਲ ਗਿਆ। ਮਾਈ ਘਰ ਦੇ ਕੰਮ ਕਾਜ ਕਰਦੀ, ਪਰ ਪੁੱਤਰ ਨੂੰ ਯਾਦ ਕਰਕੇ ਹੌਂਕੇ ਲੈਂਦੀ ਰਹਿੰਦੀ। ਉਸ ਦੇ ਪਾਠ ਕਰਨੇ ਦੀ ਵਿਰਾਗਮਈ ਧਾਰਨਾ ਉਸ ਦੇ ਕੰਨਾਂ ਵਿੱਚ ਹਰ ਵੇਲੇ ਗੂੰਜਦੀ ਜਾਪਦੀ। ਗੁਆਂਢ ਵਿੱਚ ਇੱਕ ਬਾਲਕ ਜਪਜੀ ਸਾਹਿਬ ਦਾ ਪਾਠ ਠੀਕ ਵਿਜੇ ਸਿੰਘ ਵਾਂਗੂ ਕਰਦਾ ਹੁੰਦਾ ਸੀ। ਉਸ ਦੀ ਆਵਾਜ਼ ਇੰਨੀ ਪਿਆਰੀ ਲੱਗੀ ਕਿ ਇਸਨੇ ਚੋਰੀ ਚੋਰੀ ਲਿਖਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਖਾਰੀ ਨੂੰ ਚੋਖੀ ਮਾਇਆ ਭੇਟਾ ਦੇ ਕੇ ਆਪਣੇ ਘਰ ਲੁਕਵੇਂ ਥਾਂ ਸਥਾਪਨ ਕੀਤਾ ਔਰ ਉਸ ਬਾਲਕ ਦੀ ਪਾਲਣਾ ਆਪਣੇ ਜਿੰਮੇ ਲੈ ਕੇ ਉਸ ਤੋਂ ਪਾਠ ਸੁਣਨੇ ਦਾ ਨੇਮ ਕਰ ਲਿਆ। ਇਸ ਪ੍ਰਕਾਰ ਰੋਜ਼ ਦੇ ਪਾਠ ਸੁਣਨ ਨੇ ਇਸ ਦੇ ਮਨ ਨੂੰ ਸੰਸਾਰਿਕ ਬੁੱਧੀ ਤੋਂ ਪ੍ਰੇਰ ਕੇ ਧਾਰਮਿਕ ਚੱਕਰ ਫੇਰਿਆ ਅਰ ਵਿਜੇ ਸਿੰਘ ਅੱਗੇ ਤੋਂ ਵੀ ਵਧੀਕ ਪਿਆਰਾ ਲੱਗਣ ਲੱਗਾ। ਅਰ ਉਸਦੇ ਕੇਸ ਰੱਖਣੇ, ਜਿਨ੍ਹਾਂ ਨੂੰ ਪਹਿਲਾਂ ਇਸਨੇ ਮੂਰਖਤਾ ਜਾਤਾ ਸੀ, ਹੁਣ ਚੰਗੇ ਲੱਗਣ ਲੱਗ ਪਏ। ਆਪਣੇ ਮਨ ਦੀ ਸਫਾਈ ਨੇ ਰੰਗ ਦਿਖਾਇਆ। ਹੁਣ ਦਿਨ ਰਾਤ ਇਹ ਸੋਚਾਂ ਰਹਿਣ ਲੱਗੀਆਂ ਕਿ ਕਿਵੇਂ ਪੁੱਤਰ ਦੀ ਖਬਰ ਮਿਲੇ। ਬਹੁਤ ਸੋਚ ਫਿਕਰ ਦੇ ਮਗਰੋਂ ਘਰ ਦਾ ਪੁਰੋਹਿਤ ਹੀ ਇਸ ਨੂੰ ਯੋਗ ਪੁਰਖ ਮਾਲੂਮ ਹੋਇਆ। ਭਾਵੇਂ ਉਸ ਦੀਆਂ ਚਲਾਕੀਆਂ ਜਾਣਦੀ ਸੀ, ਪਰ ਇਸ ਐਬ ਨੂੰ ਧਨ ਦੇ ਲਾਲਚ ਨਾਲ ਜਿੱਤ ਲੈਣਾ ਉਸ ਦੇ ਨਿਸ਼ਚੇ ਵਿੱਚ ਸੀ। ਸੋ ਪੁਰੋਹਿਤ ਜੀ ਨੂੰ ਸੱਦ ਕੇ ਆਨੇ ਬਹਾਨੇ ਬਹੁਤ ਸਾਰਾ ਧਨ ਦਿੱਤਾ। ਛੇਕੜ ਇਹ ਗੱਲ ਸੁਣਾਈ ਕਿ ਤੁਸੀਂ ਮੇਰੇ ਪੁੱਤਰ ਦਾ ਪਤਾ ਕੱਢ ਦਿਓ ਔਰ ਉਸਨੂੰ ਕੁਝ ਧਨ ਜੋ ਮੈਂ ਦੇਵਾਂ ਪਹੁੰਚਾ ਦੇਵੋ, ਅਰ ਕਹੋ ਕਿ ਕਿਸੇ ਪਹਾੜ ਵਿੱਚ ਬੈਠ ਕੇ ਗੁਜ਼ਾਰਾ ਕਰ ਲਵੇ। ਜਦ ਇਹ ਤੂਫਾਨ ਹਟ ਜਾਣਗੇ ਤਾਂ ਫਿਰ ਮੈਂ ਦੇਸ ਸਦਵਾ ਲਵਾਂਗੀ। ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖਿਆਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ, ਪਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ। ਸੁਆਣੀ ਜੀ ਨੇ ਕੋਈ 2000 ਰੁਪਈਆ ਪੰਡਿਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ 15 ਕੁ ਦਿਨ ਮਗਰੋਂ ਪੰਡਿਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਵਿਜੇ ਸਿੰਘ ਦਾ ਪਤਾ ਕੱਢ ਲਿਆ ਹੈ। ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ 1000 ਕੁ ਮੋਹਰ ਪੰਡਤ ਹੋਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ, ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁੱਤਰ ਨੂੰ ਪਹੁੰਚਾ ਦਿਓ। ਪੰਡਤ ਜੀ ਨੇ ਉਸਦੀ ਚੰਗੀ ਤਰ੍ਹਾਂ ਤਸੱਲੀ ਬਣਾਈ, ਗਊ ਮਾਤਾ ਜਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ। ਇੱਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿੱਤਾ ਅਰ ਦੂਸਰੇ ਦਿਨ ਢੂੰਡ ਵਿੱਚ ਟੁਰ ਪਏ। ਦੇਸ਼ ਵਿੱਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖਾਸ ਕਰ ਬਾਰੀ ਦੁਆਬ ਵਿੱਚ, ਪਰ ਮੰਨੂ ਵੱਲੋਂ ਵੀ ਬੜੀ ਸਖਤੀ ਤੇ ਕਤਲ ਹੋ ਰਹੀ ਸੀ। ਲਾਹੌਰ ਵਿੱਚ ਆਏ ਦਿਨ ਸਿੱਖ ਮਾਰੇ ਜਾਂਦੇ ਸਨ। ਘਰ ਘਰ ਇਹਨਾਂ ਗੱਲਾਂ ਦਾ ਚਰਚਾ ਸੀ। ਮੰਨੂ ਨੂੰ ਅਦੀਨਾ ਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਨੂੰ ਚੁੱਕਦਾ ਹੈ, ਸੋ ਉਸਨੂੰ ਹੁਕਮ ਗਿਆ ਸੀ ਕਿ ਤੂੰ ਇਹਨਾਂ ਦਾ ਖੁਰਾ ਖੋਜ ਮਿਟਾ ਦੇ। ਵਿਜੇ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦੀ ਹੁੰਦੀ ਸੀ, ਕਿਉਂਕਿ ਪਿਆਰੇ ਪੁੱਤਰ ਦੀ ਲਿਵ ਉਸਦੇ ਜੀਅ ਵਿੱਚ ਹਰ ਵੇਲੇ ਲੱਗੀ ਰਹਿੰਦੀ ਸੀ। ਇਸ ਦੀ ਇਹ ਦਸ਼ਾ ਵੇਖ ਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫਿਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ ਕਿ ਇਹ ਸੱਚ ਹਨ ਕਿ ਨਹੀਂ।
ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿੱਚੋਂ ਕਿਨਕਾ ਮਾਤਰ ਹਨ, ਇੱਥੇ ਲਿਖਦੇ ਹਾਂ। ਗੋਲੀ, ਸੁਆਣੀ ਜੀ ਅੱਜ ਬੜਾ ਉਪੱਦਰ ਹੋਇਆ। ਸੁਆਣੀ, ਹੈਂ ਕੀ ਹੋਇਆ? ਗੋਲੀ, ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇਪੁਰ ਦੋ ਭੁੱਖੇ ਬਾਗ ਛੱਡੇ ਗਏ ਅਰ 2 ਸਿੱਖ ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹ ਕੇ ਖੜੇ ਕੀਤੇ ਗਏ। ਬਾਗਿਆਂ ਨੇ ਇਉਂ ਹਾਬੜ ਕੇ ਉਹਨਾਂ ਦੀ ਬੋਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ। ਪਰ ਬੇਬੇ ਜੀ ਆਖਦੇ ਹਨ ਕਿ ਕਿਸੇ ਨੇ ਹਾਏ ਤੀਕ ਨਹੀਂ ਕੀਤੀ, ਸ਼੍ਰੀ ਵਾਹਿਗੁਰੂ ਹੀ ਉਚਾਰਦੇ ਚੱਲ ਬਸੇ। ਸੁਆਣੀ, ਤੇ ਉੱਥੇ ਹੋਰ ਕੋਈ ਨਹੀਂ ਸੀ? ਗੋਲੀ, ਨਵਾਬ ਸਾਹਿਬ ਆਪ, ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਵੀ ਸਨ। ਸਾਰੇ ਉੱਪਰਲੇ ਤਖਤੇਪੁਰ ਬੈਠ ਕੇ ਤਮਾਸ਼ਾ ਵੇਖਦੇ ਤੇ ਖਿੜਖਿੜਾ ਕੇ ਹੱਸਦੇ ਸਨ। ਸੁਆਣੀ ਠੰਡਾ ਸਾਹ ਭਰ ਕੇ, ਵਿਨਾਸ਼ ਕਾਲੇਜ ਵਿਪਰੀਤ ਬੁੱਧੇ, ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ, ਮੇਰੇ ਪੁੱਤਰ ਨੂੰ ਪਹਿਲਾਦ ਵਾਂਗ ਬਚਾ ਦੇ, ਲਾਲ ਤੈਨੂੰ ਤੱਤੀ ਵਾਹ ਨਾ ਲੱਗੇ। ਗੋਲੀ, ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫਿਕਰ ਨਾ ਕਰੋ। ਸੁਆਣੀ, ਭਲਾ ਉਹਨਾਂ ਸਿੱਖਾਂ ਵਿੱਚ ਕੋਈ ਖੱਤਰੀ ਵੀ ਸੀ? ਗੋਲੀ, ਨਹੀਂ ਜੀ, ਪਰ ਸਿੱਖਾਂ ਵਿੱਚ ਤਾਂ ਸਾਰੇ ਇੱਕੋ ਜਿਹੇ ਲੱਗਦੇ ਹਨ। ਕੋਈ ਜੱਟ ਕੋਈ ਖੱਤਰੀ ਦਾ ਵੇਰਵਾ ਤਾਂ ਨਹੀਂ ਦਿਸਦਾ। ਸਾਰੇ ਲੰਮੇ ਚੌੜੇ ਤੇ ਸੱਚੇ ਹੁੰਦੇ ਹਨ ਔਰ ਡਾਢੇ ਬਹਾਦਰ। ਖਬਰੇ ਇਹਨਾਂ ਦੀ ਕੋਈ ਜਾਤ ਵੀ ਹੁੰਦੀ ਹੈ ਕਿ ਨਹੀਂ? ਸੁਆਣੀ, ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ। ਇਹ ਸਾਰਾ ਮੈਤਰੀ ਦਾ ਹੀ ਫਲ ਹੈ। ਕਦੀ ਪਾਟੀਆਂ ਕੰਧਾਂ ਪੁਰ ਵੀ ਛੱਤ ਟਿਕੀ ਹੈ, ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ। ਇੱਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ। ਲਾਡਾਂ ਪਾਲਿਆ ਲਾਲ ਦੁਲਾਰਾ, ਛੱਡ ਸਿਧਾਇਆ ਮੈਨੂੰ, ਟੁਕੜੇ ਟੁਕੜੇ ਹਿਰਦਾ ਹੋਇਆ, ਖੋਲ ਦੱਸਾਂ ਕਿਹਨੂੰ, ਖੋਲ ਦੱਸਾਂ ਕਿ ਤੈਨੂੰ। ਇੰਨੇ ਨੂੰ ਕੁਲਪਤ ਰਾਏ ਨਾਜ਼ਮ ਦੀ ਵਹੁਟੀ ਦੀ ਡੋਲੀ ਆ ਗਈ। ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ੍ਹ ਕਿਸੇ ਦੇ ਪੁੱਤਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ ਦੇ ਯੁੱਧ ਦੀ ਭਿਆਨਕ ਕਹਾਣੀ ਇਉਂ ਦਿੱਤੀ। ਨਾਜ਼ਮਣੀ, ਭੈਣ ਜੀ, ਸਿੱਖਾਂ ਵਿਚਾਰਿਆਂ ਦੇ ਭਾਅ ਦੀ ਡਾਢੀ ਆ ਬਣੀ। ਹੈਨ ਤਾਂ ਚੰਗੇ, ਪਰ ਸਮੇਂ ਦੇ ਪਾਤਸ਼ਾਹ ਇਹਨਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ। ਲੂ ਕੰਡੇ ਖੜੇ ਹੋ ਗਏ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਯੁੱਧ ਵਿੱਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤੱਕ ਦਾ ਇਲਾਕਾ ਮੱਲ ਲਿਆ ਸੀ ਤੇ ਫਿਰ ਗਸ਼ਤੀ ਫੌਜ ਨੇ ਉਹਨਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛਿਪ ਕੇ ਨਿਕਲ ਗਏ ਤੇ ਬਣੀ ਪਹਾੜੀ ਜਾ ਵਸੇ। ਜੋ ਗਸ਼ਤੀ ਫੌਜ ਦੀ ਦੁਰਦਸ਼ਾ ਸਿੱਖਾਂ ਨੇ ਛਾਪੇ ਮਾਰ ਕੇ ਰਾਤਾਂ ਚੀਰ ਕੇ ਕੀਤੀ ਹੈ, ਉਹੀ ਜਾਣਦੇ ਹਨ ਜਿਨ੍ਹਾਂ ਦੇ ਸਿਰ ਬੀਤੀ ਹੈ। ਬੁੱਢੇ ਕੋਟ ਲਾਗੇ ਸਤਲੁਜ ਦੀ ਬੇਟ ਵਿੱਚ ਸਿੰਘਾਂ ਦਾ ਮੋਮਨ ਖਾਂ ਨਾਲ ਭਾਰੀ ਘਮਸਾਨ ਮੱਚਿਆ ਸੀ, ਜਿਸ ਵਿੱਚ ਚੰਗੇ ਤੁਰਕ ਯੋਧੇ ਖੇਤ ਹੋਏ, ਪਰ ਸ਼ੇਕੜ ਸਿੰਘ ਇਹਨਾਂ ਦਾ ਨਾਸ਼ ਕਰਕੇ ਚੁੱਪ ਕੀਤੇ ਹੱਥ ਵਿੱਚੋਂ ਸਾਬਣ ਦੀ ਚੱਕੀ ਵਾਂਗ ਤਿਲਕ ਗਏ। ਇਸ ਤੋਂ ਮਗਰੋਂ ਕਈ ਉਪੱਦਰ ਹੋਏ। ਸੁਣਿਆ ਹੈ ਕਿ ਜਲੰਧਰ ਦੇ ਨਵਾਬ ਅਦੀਨਾ ਬੇਗ ਨੇ ਆਪਣੇ ਉਹਨਾਂ ਸ਼ੱਕਾਂ ਦੇ ਦੂਰ ਕਰਨੇ ਲਈ ਜੋ ਲਾਹੌਰ ਦੀ ਸਰਕਾਰ ਨੂੰ ਉਸ ਪੁਰ ਸਨ, ਸਿੱਖਾਂ ਨਾਲ ਵੱਡਾ ਧਰੋਹ ਕੀਤਾ ਹੈ। ਉੱਤੋਂ ਦੀ ਉਹਨਾਂ ਨਾਲ ਮਿੱਠਾ ਬਣਿਆ ਰਿਹਾ ਹੈ ਤੇ ਵਿੱਚੋਂ ਦਾਉਂ ਤੱਕਦਾ ਰਿਹਾ ਹੈ। ਮਾਖੋਵਾਲ ਵਿੱਚ ਜੋ ਉਸ ਦੇ ਲਾਗੇ ਹੀ ਹੈ, ਸਿੱਖਾਂ ਦਾ ਇੱਕ ਭਾਰੀ ਮੇਲਾ ਸੀ। ਹਜ਼ਾਰਾਂ ਲੋਕ ਇਕੱਠੇ ਹੋ ਰਹੇ ਸਨ। ਕਿਤੇ ਭਜਨ ਸਿਮਰਨ ਤੇ ਬਾਣੀਆਂ ਦੇ ਉਚਾਰ ਹੋ ਰਹੇ ਸਨ ਅਰ ਸਿੱਖ ਬੇਚਿੰਤ ਟਾਹਣੀਆਂ ਲਾਈ ਬੈਠੇ ਢਾਡੀਆਂ ਤੋਂ ਵਾਰਾਂ ਸੁਣ ਰਹੇ ਸਨ। ਕਿਤੇ ਵੀਰ ਰਸ ਦੇ ਨਕਸ਼ੇ ਬੱਜ ਰਹੇ ਸਨ, ਕਿਤੇ ਬਹਾਦਰੀ ਤੇ ਮੈਦਾਨੇ ਜੰਗ ਦੀ ਕੱਟ ਵੱਢ ਦੇ ਗੀਤ ਅਲਾਪੇ ਜਾ ਰਹੇ ਸਨ ਕਿ ਅਦੀਨਾ ਬੇਗ ਚੁੱਪਚਾਪ ਫੌਜ ਲੈ ਕੇ ਜਾ ਪਿਆ। ਸਿੱਖ ਲੋਕ ਬੇਖਬਰੇ ਸਨ। ਅਚਾਨਕ 4 ਚੁਫੇਰਿਓਂ ਬਲਾ ਵਿੱਚ ਘਿਰ ਗਏ। ਬੜੀ ਫੁਰਤੀ ਕੀਤੀ, ਬੜੀ ਚਲਾਕੀ ਤੋਂ ਕੰਮ ਲਿਆ, ਪਰ ਫਿਰ ਵੀ ਕੀ ਬਣਦਾ ਸੀ। ਹਜ਼ਾਰਾਂ ਹੀ ਖੇਤ ਹੋਏ ਲੋਥਾਂ ਦੇ ਢੇਰ ਲੱਗ ਗਏ।
ਧਰਤੀ ਲਹੂ ਨਾਲ ਸੂਹੀ ਹੋ ਗਈ। ਅਰ 4 ਚੁਫੇਰੇ ਭਿਆਨਕ ਸਮਾਂ ਵੱਜ ਗਿਆ। ਪਰ ਯੋਧੇ ਸਿੱਖ ਸੰਭਲਦੇ ਸੰਭਾਲਦੇ ਛੇਕੜ ਡਟ ਗਏ। ਆਪਣੇ ਕੁਦਰਤੀ ਸੁਭਾਅ ਮੂਜਬ ਇੰਨੀ ਕੱਟ-ਵੱਢ ਦੇਖ ਕੇ ਵੀ ਦਿਲ ਨਾ ਹਾਰੇ ਹੋਏ ਨੇ। ਮੇਲੇ ਵਿੱਚ ਸਾਰੇ ਯੋਧੇ ਨਹੀਂ ਸਨ ਜੋ ਸਾਰੀ ਭੀੜ ਵਿੱਚ ਯੋਧਿਆਂ ਦੇ ਲੜਦਿਆਂ ਵੀ ਹਲਚਲੀ ਮਚ ਗਈ ਤੇ ਸਿੰਘ ਤਿੱਤਰ ਬਿੱਤਰ ਹੋ ਗਏ। ਇੱਧਰ ਤਾਂ ਅਦੀਨਾ ਬੇਗ ਨੇ ਖਬਰ ਘੱਲੀ ਹੈ ਕਿ ਮੈਂ ਫਤਿਹ ਪਾਈ ਤੇ ਭਾਰੀ ਕਤਲ ਕਰ ਦਿੱਤੀ ਹੈ। ਹੁਣ ਸਿੱਖ ਉੱਠਣ ਜੋਗੇ ਨਹੀਂ ਰਹੇ। ਪਰ ਮੇਰੇ ਪਤੀ ਜੀ ਮੈਨੂੰ ਦੱਸਦੇ ਸੀ ਕਿ ਉਸਨੇ ਅੰਦਰ ਖਾਨੇ ਆਪਣੇ ਮਿੱਤਰ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਪਾਸ ਘੱਲ ਦਿੱਤਾ ਹੈ ਕਿ ਮੈਂ ਲਾਹੌਰ ਦੇ ਹੁਕਮ ਕਰਕੇ ਤੁਸਾਂ ਤੇ ਆ ਪਿਆ ਸਾਂ। ਜੋ ਹੋਣਾ ਸੀ ਹੋ ਚੁੱਕਾ, ਹੁਣ ਆਓ ਸੁਲ੍ਹਾ ਕਰ ਲਈਏ। ਸਰਦਾਰ ਜੱਸਾ ਸਿੰਘ ਨੇ ਇਸ ਵੇਲੇ ਬੜੀ ਦੂਰ ਅੰਦੇਸ਼ੀ ਕਰਕੇ ਸੁਲ੍ਹਾ ਮੰਨ ਲਈ ਸੀ ਕਿ ਸੁਲ੍ਹਾ ਨਾਲ ਖਾਲਸਾ ਆਨੰਦਪੁਰ ਦੇ ਪਹਾੜੀ ਇਲਾਕੇ ਵਿੱਚ ਆਰਾਮ ਨਾਲ ਰਹਿ ਸਕੇਗਾ ਤੇ ਦੇਸ਼ ਵਿੱਚ ਮੀਰ ਮੰਨੂ ਦੀ ਵਸ ਰਹੀ ਅੱਗ ਤੋਂ ਬਚ ਕੇ ਟੱਬਰਦਾਰ ਸਿੱਖ ਇੱਥੇ ਦਿਨ ਕੱਟੀ ਕਰ ਲੈਣਗੇ। ਸੋ ਇਉਂ ਉਹਨਾਂ ਨਾਲ ਉਸਦੀ ਸੁਲ੍ਹਾ ਹੋ ਗਈ ਤੇ ਸਿੱਖ ਹੁਣ ਫੇਰ ਆਨੰਦਪੁਰ ਵਿੱਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਏ ਵਿੱਚ ਅਦੀਨਾ ਬੇਗ ਬੜਾ ਚਲਾਕ ਹੈ। ਉਹ ਸੋਚਦਾ ਹੈ ਕਿ ਜੇ ਮੈਂ ਸਿੱਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ, ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿੱਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸਨੇ ਸਿੱਖਾਂ ਨਾਲ ਅੰਦਰ ਖਾਨੇ ਸੁਲ੍ਹਾ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਇੱਧਰ ਸਿੱਖਾਂ ਤੇ ਛਾਪਾ ਮਾਰ ਤੇ ਸ਼ਹਿਰੀ ਵਸੋਂ ਨੂੰ ਕਤਲ ਕਰਕੇ ਲਾਹੌਰ ਪੱਤ ਬਣਾ ਲਈ ਸੂ ਕਿ ਮੈਂ ਸਿੱਖ ਯੋਧੇ ਖੂਬ ਮੁਕਾਏ ਹਨ। ਦੀਵਾਨਣੀ: ਭੈਣ ਜੀ, ਤੁਹਾਨੂੰ ਇਹ ਕਿੱਥੋਂ ਪਤਾ ਲੱਗੇ? ਨਾਜਮਨੀ: ਕੱਲ ਦਰਬਾਰ ਵਿੱਚ ਇਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇੱਕ ਮਿੱਤਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਅਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਵੀ ਨਹੀਂ ਲੱਗਦਾ, ਵਿਗੜਦਾ ਵੀ ਨਹੀਂ, ਸਿੱਖਾਂ ਨਾਲ ਲੜ ਵੀ ਪੈਂਦਾ ਹੈ ਤੇ ਫਿਰ ਸੁਲ੍ਹਾ ਵੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿੱਖਾਂ ਦੇ ਫਸਾਦ ਦੂਰ ਕਰਦਾ ਹਾਂ ਅਰ ਫਿਰ ਆਪਣੀ ਲੱਤ ਉੱਚੀ ਰੱਖਣ ਲਈ ਥੋੜ੍ਹੇ ਬਹੁਤ ਫਸਾਦ ਸਿੱਖਾਂ ਦੇ ਹੋਣ ਵੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ ਰਹੀ ਸਾਂ। ਪਰ ਭੈਣ ਜੀ, ਐਤਕਾਂ ਇੱਕ ਗੱਲ ਬੜੀ ਮਾੜੀ ਹੋਈ ਹੈ। ਸਿੱਖਾਂ ਦਾ ਇੱਕ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ। ਦੀਵਾਨਣੀ: ਚੁੱਪ ਕਰ ਰਹਿ ਭੈਣ, ਹੋ ਗਿਆ ਹੋਊ, ਕੋਈ ਕਾਰਨ ਵਰਤਿਆ ਹੋਊ, ਚਿਰ ਨਹੀਂਓ ਰਹਿਣ ਲੱਗਾ। ਸਿੱਖਾਂ ਦਾ ਲਹੂ ਡਾਢਾ ਸੰਘਣਾ ਹੈ, ਇਸਨੇ ਕਿਸੇ ਵੇਲੇ ਤੜਕ ਆਪਣੇ ਭਰਾਵਾਂ ਨਾਲ ਜਾ ਰਲਣਾ ਹੈ। ਧੰਨਵਾਦ।